ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਜੋਤੀ ਵੀਰ ਦੀ ਪੈਰਾਮਾਉਂਟ ਟੀ ਸਰਵਿਸਿਜ਼ ਤੋਂ। ਸੋ ਅੱਜ ਦੀ ਵੀਡੀਓ ਸਪੈਸ਼ਲ ਉਹਨਾਂ ਦੇ ਲਈ ਹੈ ਜਿਹੜੇ ਕਹਿ ਰਹੇ ਨੇ ਕੈਨੇਡਾ ਦੀ ਰਿਫਿਊਜ਼ਲਸ ਆ ਰਹੀ ਹੈ। ਤਾਂ ਅੱਜ ਮੈਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸੂੰਗੀ ਕਿ ਐਕਚੁਅਲ ਦੇ ਵਿੱਚ ਕੈਨੇਡਾ ਦੀ ਰਿਫਿਊਜ਼ਲਸ ਆ ਰਹੀਆਂ ਹੈ ਜਾਂ ਨਹੀਂ ਆ ਰਹੀਆਂ ਨੇ, ਜਾਂ ਕੀ ਰੇਸ਼ੀਓ ਚੱਲ ਰਿਹਾ ਹੈ, ਔਰ ਜੇ ਆ ਵੀ ਰਹੀਆਂ ਨੇ ਤਾਂ ਕਿਹੜੇ ਬੇਸਿਸ 'ਤੇ ਆ ਰਹੀਆਂ ਨੇ, ਕੀ ਰੀਜ਼ਨਸ ਕਰਕੇ ਰਿਫਿਊਜ਼ ਹੋ ਰਹੇ ਨੇ ਕੇਸ। ਤਾਂ ਇਸ ਕਰਕੇ ਸਭ ਤੋਂ ਪਹਿਲੀ ਚੀਜ਼ ਜਿਹੜੀ ਹੈ, ਜਦੋਂ ਆਪਾਂ ਗੱਲ ਕਰਦੇ ਹਾਂ ਮੋਰ ਓਵਰ ਆਲ ਓਵਰ ਪੰਜਾਬ ਦੀ ਗੱਲ ਕਰ ਲਈਏ, ਹਰਿਆਣਾ, ਹਿਮਾਚਲ, ਅਦਰ ਸਟੇਟਸ ਦੀ ਗੱਲ ਕਰ ਲਈਏ, ਤਾਂ ਸਭ ਤੋਂ ਫਸਟ ਜਿਹੜਾ ਇੱਕ ਕ੍ਰੇਜ਼ੀ ਪੁਆਇੰਟ ਇਹ ਹੈਗਾ ਆ, ਜੇਕਰ ਤੁਸੀਂ ਕਿਸੇ ਨੂੰ ਪੁੱਛਦੇ ਆ ਕਿ ਬਈ ਤੂੰ ਕਿਹੜੀ ਕੰਟਰੀ ਜਾਣਾ ਚਾਹੁੰਦਾ ਆ, ਕਿੱਥੇ ਜਾਣਾ ਚਾਹੁੰਦਾ, ਕਿੱਥੇ ਸੈਟਲਮੈਂਟ ਲੈਣਾ ਚਾਹੁੰਦਾ, ਕਿੱਥੇ ਐਜੂਕੇਸ਼ਨ ਲਈ ਜਾਣਾ ਚਾਹੁੰਦਾ, ਕਿੱਥੇ ਜਾ ਕੇ ਸੈਟਲਡ ਹੋਣਾ ਚਾਹੁੰਦਾ, ਤਾਂ ਸਭ ਤੋਂ ਜਿਹੜਾ ਮੇਨ ਇੱਕ ਪੀਕ 'ਤੇ ਆਉਂਦਾ ਪੁਆਇੰਟ ਦੈਟ ਇਜ਼ ਕੈਨੇਡਾ। ਜੇ ਪੰਜਾਬੀਆਂ ਦੀ ਗੱਲ ਕਰੀਏ ਤਾਂ ਆਲਮੋਸਟ ਦੇਅਰ ਪ੍ਰੈਫਰੈਂਸ ਇਜ਼ ਕੈਨੇਡਾ। ਤਾਂ ਕਿਤੇ ਨਾ ਕਿਤੇ ਦੇਖੋ, ਜਦੋਂ ਇਹ ਗੱਲ ਹੁੰਦੀ ਕਿ ਜਿੱਥੇ ਜ਼ਿਆਦਾ ਰਸ਼ ਆ, ਜ਼ਿਆਦਾ ਰਸ਼ ਮੀਨਸ ਐਪਲੀਕੇਸ਼ਨਸ ਦਾ ਰਸ਼, ਠੀਕ ਹੈ, ਉੱਥੇ ਵੀਜ਼ੇ ਵੀ ਬਹੁਤ ਆ ਰਹੇ ਹੈ, ਰਿਫਿਊਜ਼ਲਸ ਵੀ ਆ ਰਹੀਆਂ, ਠੀਕ ਹੈ। ਬਟ ਇੱਕ ਜਿਹੜਾ ਇੱਕ ਲੌਜਿਕ ਆ ਇਨ ਬਿਟਵੀਨ ਦੈਟ ਕਿ ਆਉਣ ਵਾਲੇ ਟਾਈਮ ਦੇ ਵਿੱਚ ਕੈਨੇਡਾ ਵੀਜ਼ੇ ਦਊਗੀ ਕਿ ਰਿਫਿਊਜ਼ਲਾਂ ਦਊਗੀ। ਸੋ ਇਹ ਲੌਜਿਕ ਬੜਾ ਹੀ ਜ਼ਿਆਦਾ ਇੱਕ ਮੇਜਰਮੈਂਟ ਆਪਾਂ ਜੇ ਇਹਨੂੰ ਕਰਕੇ ਦੇਖਾਂਗੇ, ਲੌਜਿਕਲੀ ਸਮਝਾਉਣ ਦੀ ਮੈਂ ਤੁਹਾਨੂੰ ਕੋਸ਼ਿਸ਼ ਕਰੂੰਗੀ ਕਿ ਅਗਰ ਗੱਲ ਕਰੀਏ ਕਿ ਕੈਨੇਡਾ ਕੀ ਆਉਣ ਵਾਲੇ ਟਾਈਮ 'ਚ ਬੰਦ ਤਾਂ ਨਹੀਂ ਕਰ ਦੇਗਾ ਬਿਲਕੁਲ ਵੀਜ਼ੇ, ਤਾਂ ਇੱਦਾਂ ਦਾ ਕੁਛ ਨਹੀਂ ਹੈ। ਇਸ ਟਾਈਮ ਦੇ ਵਿੱਚ ਦੇਖੋ, ਜੇ ਤੁਹਾਡੀ ਰਿਜੈਕਸ਼ਨ ਵੀ ਆ ਰਹੀ, ਕਈਆਂ ਦੀ ਆਟੋਮੇਟਡ ਰਿਜੈਕਸ਼ਨ ਹੈ, ਕਈਆਂ ਦੀ ਐਪਲੀਕੇਸ਼ਨ ਚੈੱਕ ਹੀ ਨਹੀਂ ਹੋ ਰਹੀ, ਕਈਆਂ ਦੀ ਐਪਲੀਕੇਸ਼ਨ ਦੇ ਵਿੱਚ ਹੀ ਪ੍ਰੋਬਲਮਸ ਹੈਗੀਆਂ। ਜੇ ਸਪਾਂਸਰ ਵਾਲੀ ਆ ਤਾਂ ਗਲਤ ਪੋਰਟਲ ਦੇ ਵਿੱਚ ਲਾਈ ਆ, ਹੋਟਲ ਵਾਲੀ ਹੈ ਤਾਂ ਉਹ ਵੀ ਗਲਤ ਪੋਰਟਲ ਦੇ ਵਿੱਚ ਲੱਗ ਰਹੀਆਂ ਨੇ। ਮਤਲਬ ਸੋ ਮੈਨੀ ਥਿੰਗਸ ਆ ਜਿਹੜੀਆਂ ਆਪਾਂ ਨੂੰ ਇਹਦੇ ਵਿੱਚ ਦੇਖਣ ਦੀ ਲੋੜ ਆ। ਸੋ ਇੱਕ ਤਾਂ ਇਸ ਕਰਕੇ ਰਿਜੈਕਸ਼ਨ ਆ ਰਹੀ ਹੈ। ਦੈਨ ਸੈਕਿੰਡ ਔਨ ਕਿ ਤੁਹਾਨੂੰ ਵੀ ਪਤਾ ਕਿ ਹਾਈ ਕਮਿਸ਼ਨ ਸਾਰਿਆਂ ਨੂੰ ਇੱਕੋ ਟਾਈਮ 'ਤੇ ਵੀਜ਼ਾ ਵੀ ਨਹੀਂ ਦੇ ਦੇਗੀ ਨਾ। ਤੋ ਦਿਸ ਇਜ਼ ਟੋਟਲੀ ਡਿਪੈਂਡਸ ਔਨ ਹਾਈ ਕਮਿਸ਼ਨ ਕਿ ਉਹਨੂੰ ਕਿੱਦਾਂ ਐਨਾਲਾਈਜ਼ ਕਰਦਾ ਹੈ। ਤੁਹਾਡੇ ਹੱਥ ਵਿੱਚ ਕੀ ਆ? ਐਪਲੀਕੇਸ਼ਨ। ਤੁਹਾਡੇ ਹੱਥ ਦੇ ਵਿੱਚ ਕੀ ਆ? ਆਪਣੇ ਡਾਕੂਮੈਂਟਸ। ਤੁਹਾਡੇ ਹੱਥ ਦੇ ਵਿੱਚ ਕੀ ਆ? ਆਪਣੀ ਇੱਕ ਪੂਰੀ ਪ੍ਰੋਫਾਈਲ, ਪੂਰਾ ਪਰਫਾਰਮਾ। ਤੋ ਇੱਕ ਚੀਜ਼ ਯਾਦ ਰੱਖੋ ਕਿ ਇਹਦੇ ਵਿੱਚ ਜਿਹੜਾ ਇੱਕ ਬਹੁਤ ਜ਼ਿਆਦਾ ਸਮਝਦਾਰੀ ਵਾਲਾ ਪੁਆਇੰਟ ਆ, ਉਹ ਤੁਸੀਂ ਇਹ ਵਰਤੋਂ ਕਰਨੀ ਹੈ ਕਿ ਆਪਣੀ ਐਪਲੀਕੇਸ਼ਨ ਨੂੰ ਮੈਨੂਪੂਲੇਟ ਨਹੀਂ ਕਰਨਾ ਤੁਸੀਂ ਕਿਸੇ ਵੀ ਤਰੀਕੇ ਨਾਲ। ਮੈਨੂਪੂਲੇਟ ਮੀਨਸ ਕਿ ਉਹ ਬੰਦਾ ਲੌਜੀਕਲੀ ਉਹ ਨਾ ਹੋਵੇ, ਬਟ ਐਪਲੀਕੇਸ਼ਨ ਅੰਦਰ ਕੋਈ ਹੋਰ ਗਈ ਆ। ਕਿਉਂਕਿ ਜਿਹੜੀ ਮੈਨੂਪੂਲੇਸ਼ਨ ਹੁੰਦੀ ਹੈ, ਡੁਪਲੀਕੇਸੀ ਹੁੰਦੀ ਹੈ, ਇੱਕ ਵਾਰੀ ਤਾਂ ਬਹੁਤ ਸੌਖੇ ਤਰੀਕੇ ਨਾਲ ਹੋ ਜਾਂਦੀ ਆ, ਬਟ ਜਦੋਂ ਵਾਰੀ ਆਉਂਦੀ ਹੈ ਨਾ ਕਿ ਇੱਕ ਰਿਫਿਊਜ਼ਲ ਤੋਂ ਬਾਅਦ ਅਪਲਾਈ ਕਰਨੀ, ਪਤਾ ਉਦੋਂ ਚੱਲਦਾ ਆ ਕਿ ਉਹ ਮੈਨੂਪੂਲੇਸ਼ਨਸ ਜਾ ਕੇ ਹੁਣ ਓਪਨ ਹੋ ਜਾਣਗੀਆਂ, ਹੁਣ ਉਹ ਸਾਰੀ ਅਸਲੀਅਤ ਬਾਹਰ ਆ ਜਾਏਗੀ। ਫਿਰ ਦੇਖੋ ਤੁਹਾਡੀ ਰਿਫਿਊਜ਼ਲ ਨਹੀਂ ਆਏਗੀ ਸੈਕਿੰਡ ਟਾਈਮ ਦੇ ਵਿੱਚ, ਫਿਰ ਤੁਹਾਡਾ ਬੈਨ ਲੱਗ ਕੇ ਆਏਗਾ। ਤੋ ਇਹ ਚੀਜ਼ ਦਾ ਥੋੜ੍ਹੀ ਜਿਹੀ ਸਮਝਦਾਰੀ ਨਾ ਕਰੋ। ਕੈਨੇਡਾ ਰਿਫਿਊਜ਼ਲ ਰੇਟ ਇੰਨਾ ਜ਼ਿਆਦਾ ਵੀ ਨਹੀਂ ਹੈ, ਕਿਉਂਕਿ ਡੇਲੀ ਬੇਸਿਸ ਤੁਸੀਂ ਸਾਡੀ ਵੀਡੀਓਜ਼ ਦੇਖ ਰਹੇ ਹੋ, ਟੈਸਟਮਨੀਜ਼ ਦੇਖ ਰਹੇ ਹੋ, ਔਨਲਾਈਨ ਆਫਲਾਈਨ, ਸੋ ਮਤਲਬ ਹਰ ਇੱਕ ਜਗ੍ਹਾ 'ਤੇ। ਤੋ ਕਿਤੇ ਨਾ ਕਿਤੇ ਵੀਜ਼ਾ ਰੇਸ਼ੀਓ ਅੱਛਾ ਹੈ ਔਰ ਕਾਫੀ ਅੱਛਾ ਜਾ ਰਿਹਾ ਆ। ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਜ਼ਿਆਦਾ ਮੈਂ ਅੱਛੀ ਸਕਸੈਸ ਸਟੋਰੀਜ਼ ਤੁਹਾਡੇ ਨਾਲ ਸ਼ੇਅਰ ਕਰੂੰਗੀ। ਦੇਖੋ, ਕੁਛ ਨਾ ਕੁਛ ਕਲਾਇੰਟ ਪ੍ਰਾਈਵੇਸੀਜ਼ ਵੀ ਹੁੰਦੀਆਂ ਨੇ, ਤੋ ਆਪਾਂ ਇਹ ਚੀਜ਼ ਕਲੀਅਰ ਕਰਕੇ ਚੱਲੀਏ ਕਿ ਜਦੋਂ ਵੀ ਆਪਾਂ ਕਿਸੇ ਦੀ ਸਟੋਰੀ ਸ਼ੇਅਰ ਕਰਦੇ ਹਾਂ ਤਾਂ ਮੈਂ ਪ੍ਰਾਈਵੇਸੀ ਦਾ ਜ਼ਿਆਦਾ ਧਿਆਨ ਰੱਖਦੀ। ਲੋਕੀ ਦੇਖੋ, ਲੋਕਾਂ ਦੀ ਇੱਕ ਫਿਤਰਤ ਹੁੰਦੀ ਹੈ। ਅੱਜ ਕੱਲ੍ਹ ਜੇ ਤੁਸੀਂ ਲੋਕਾਂ ਦੀ ਗੱਲ ਕਰੋਗੇ, ਉਹ ਪਿੱਠ ਪਿੱਛੇ ਤਾਂ ਰੱਬ ਨੂੰ ਵੀ ਗਾਲਾਂ ਕੱਢਦੇ ਹੈ, ਸਹੀ, ਅਤੇ ਅਸੀਂ ਤਾਂ ਕੁਛ ਵੀ ਨਹੀਂ ਹੈਗੇ। ਤਾਂ ਜੇ ਕੋਈ ਮਾੜਾ ਵੀ ਬੋਲਦੇ ਆ, ਦੈਟਸ ਦੇਅਰ ਓਪੀਨੀਅਨ। ਹਰੇਕ ਬੰਦੇ ਦਾ ਦੇਖਣ ਦਾ ਨਜ਼ਰੀਆ ਵੱਖ ਹੁੰਦਾ, ਹਰੇਕ ਬੰਦੇ ਦਾ ਸਮਝਣ ਦਾ ਨਜ਼ਰੀਆ ਵੱਖ ਹੁੰਦਾ। ਤਾਂ ਦੇਖੋ, ਗੱਲ ਕਹਿਣਾ ਔਰ ਸਮਝਾਉਣਾ ਅਤੇ ਗਾਈਡ ਕਰਨਾ ਔਰ ਇੱਕ ਅੱਛੀ ਗਾਈਡੈਂਸ ਦੇਣੀ, ਇਹ ਫੈਸਲਾ ਮੇਰਾ ਹੈ, ਇਹ ਔਰ ਇਹ ਮੈਂ ਕਰਦੀ ਰਹੂੰਗੀ ਆਉਣ ਵਾਲੇ ਟਾਈਮ ਦੇ ਵਿੱਚ। ਇਹਨੂੰ ਸਮਝਣਾ, ਨਹੀਂ ਸਮਝਣਾ, ਇਗਨੋਰ ਕਰਨਾ, ਸਮਝਣ ਤੋਂ ਬਾਅਦ ਵੀ ਮੂਰਖ ਬਣਨਾ, ਇਹ ਚੋਇਸ ਤੁਹਾਡੀ ਹੈ। ਤਾਂ ਮੇਰਾ ਸਿਰਫ ਇੱਕੋ ਹੀ ਓਪੀਨੀਅਨ ਰਹਿੰਦਾ, ਜਦੋਂ ਵੀ ਅਪਲਾਈ ਕਰੋ ਟਰਾਂਸਪੇਰੈਂਸੀ ਨਾਲ ਕਰੋ, ਸਾਰੀ ਚੀਜ਼ਾਂ ਕਲੀਅਰ ਕੱਟ ਸਮਝ ਆਉਣੀਆਂ ਚਾਹੀਦੀਆਂ। ਜੋ ਫਸਟ ਡੇ ਕਮਿਟਮੈਂਟ ਉਹੀ ਲਾਸਟ ਡੇ ਤੱਕ ਹੋਣੀ ਚਾਹੀਦੀ ਹੈ। ਐਵਰੀਥਿੰਗ ਸ਼ੁੱਡ ਬੀ ਕਲੀਅਰ ਔਨ ਅ ਪੀਕ ਕਿ ਮੈਂ ਜੋ ਦੇ ਰਿਹਾ ਉਹੀ ਫਾਈਲ ਦੇ ਵਿੱਚ ਲੱਗੇ, ਰਾਈਟ। ਕਿਉਂਕਿ ਸਾਰੀਆਂ ਚੀਜ਼ਾਂ, ਕਿਉਂਕਿ ਦੇਖੋ ਟੋਟਲੀ ਵੀ ਕੈਨ ਸੇ ਅਪਰੂਵਲ ਨਹੀਂ ਹੁੰਦੀ ਏਜੰਟਸ ਦੇ ਹੱਥ ਦੇ ਵਿੱਚ, ਨਾ ਮੇਰੇ ਹੱਥ ਦੇ ਵਿੱਚ, ਨਾ ਕਿਸੇ ਹੋਰ ਏਜੰਟ ਦੇ ਹੱਥ ਵਿੱਚ। ਈਵਨ ਕੋਈ IRCC ਮੈਂਬਰ ਤੋਂ ਵੀ ਫਾਈਲ ਲਗਾਏਗਾ, ਦੇ ਵਿਲ ਆਲਸੋ ਨਾਟ ਟੇਕਿੰਗ ਅ ਗਰੰਟੀ ਆਫ ਯੂਰ ਵੀਜ਼ਾਸ, ਦੇ ਵਿਲ ਆਲਸੋ ਟੇਕ ਅ ਐਗਰੀਮੈਂਟ। ਉਹ ਪ੍ਰੋਪਰ ਸਾਈਨ ਕਰਾਉਂਦੇ ਕਿ ਕੱਲ੍ਹ ਨੂੰ ਵੀਜ਼ਾ ਨਹੀਂ ਆਇਆ ਤਾਂ ਸਾਡੀ ਕੋਈ ਗਰੰਟੀ ਨਹੀਂ ਹੈਗੀ। ਤਾਂ ਇੱਕ ਬੰਦਾ ਤੁਹਾਡੇ ਤੋਂ ਸਾਈਨ ਕਰਾ ਰਿਹਾ, ਸਾਰੀ ਚੀਜ਼ਾਂ ਕਰ ਰਿਹਾ। ਤਾਂ ਇੱਕ ਚੀਜ਼ ਆਪਣੇ ਮਾਈਂਡ ਦੇ ਵਿੱਚ ਸੋਚੋ, ਸਭ ਦੇ ਕੋਲ ਕਾਬਲੀਅਤ ਆ। ਕਿਸੇ ਕੋਲ ਈਅਰਸ ਦਾ ਐਕਸਪੀਰੀਅੰਸ ਆ, ਕਿਸੇ ਕੋਲ ਡਿਗਰੀ ਦਾ ਐਕਸਪੀਰੀਅੰਸ ਹੈ, ਕਿਸੇ ਦੇ ਕੋਲ ਲਾ ਲਓ ਤਜਰਬਾ ਇੱਦਾਂ ਦਾ ਕਿ ਉਹ ਐਪਲੀਕੇਸ਼ਨ ਅੱਛੇ ਤਰੀਕੇ ਨਾਲ ਮੋਲਡ ਕਰਕੇ ਲਾਉਂਦਾ। ਮੈਂ ਨਹੀਂ ਕਹਿੰਦੀ ਆਮ ਵੈਰੀ ਗੁੱਡ ਇਨ ਐਵਰੀਵੇਅਰ, ਇੱਦਾਂ ਕੋਈ ਬੰਦਾ ਨਹੀਂ ਹੈਗਾ ਦੁਨੀਆ 'ਤੇ ਜਿਹੜਾ ਐਵਰੀਵੇਅਰ ਪਰਫੈਕਟ ਹੋਵੇ। ਆਈ ਐਮ ਨੋਟ ਸੇਇੰਗ ਦਿਸ,
ਮੇਰਾ ਸਿਰਫ ਵੀਡੀਓਜ਼ ਦੇ ਰਾਹੀਂ ਤੁਹਾਨੂੰ ਇਹ ਚੀਜ਼ ਸਮਝਾਉਣਾ ਫਰਜ਼ ਆ ਕਿ ਤੁਸੀਂ ਜਿੱਥੇ ਵੀ ਅਪਲਾਈ ਕਰਨਾ ਹੈ ਆਪਣੇ ਕੰਨ ਅੱਖ ਖੋਲ ਕੇ ਕਰਨਾ ਹੈ, ਤਾਂ ਕਿ ਜੋ ਬੰਦਾ ਕਹਿ ਰਿਹਾ ਉਹ ਲੌਜੀਕਲੀ ਸੱਚ ਹੈ ਕਿ ਨਹੀਂ ਹੈ, ਇਸ ਚੀਜ਼ ਨੂੰ ਸਮਝਣ ਦੀ ਤੁਹਾਡੇ ਵਿੱਚ ਸ਼ਕਤੀ ਹੋਵੇ। ਕਿਉਂਕਿ ਅਸੀਂ ਰੀਸੈਂਟ ਕੇਸਿਸ ਦੇਖ ਰਹੇ ਹਾਂ, ਇੱਕ ਨੋਰਮਲ ਲੈਟਰ ਹੈਡ ਤੇ ਉਹਨੂੰ ਪ੍ਰਿੰਟ ਕੱਢ ਕੇ ਦਿੱਤਾ ਹੈ ਕਿ ਇਹ ਕੈਨੇਡਾ ਤੋਂ ਤੁਹਾਡਾ ਆਫਰ ਲੈਟਰ ਆਇਆ, ਤੁਸੀਂ ਜਾ ਕੇ ਮੈਡੀਕਲ ਕਰਾ ਕੇ ਆਓ, ਫਿਰ ਉਸ ਤੋਂ ਬਾਅਦ ਸਰ ਤੁਹਾਡੀ ਐਪਲੀਕੇਸ਼ਨ ਲੱਗ ਗਈ, ਤੁਹਾਡਾ ਅਪਰੂਵਲ ਆ ਗਿਆ, ਇੰਨੇ ਪੈਸੇ ਦੇ ਦਿਓ। ਜਦ ਕਿ ਕੋਈ ਉਹਨੂੰ ਆਨਲਾਈਨ ਪੋਰਟਲ ਨਹੀਂ ਖੋਲ ਕੇ ਦਿਖਾਇਆ ਜਾ ਰਿਹਾ, ਚਾਹੇ ਫਾਈਲ ਹੋਵੇ ਸਟੂਡੈਂਟ ਦੀ, ਚਾਹੇ ਹੋਵੇ ਵਿਜ਼ਟਰ ਦੀ, ਚਾਹੇ ਹੋਵੇ ਟੂਰਿਸਟ ਦੀ, ਚਾਹੇ ਹੋਵੇ ਵਰਕ ਪਰਮਿਟ ਦੀ, ਲੱਗਣੀ ਤਾਂ ਆਨਲਾਈਨ CIC ਦੀ ਸਾਈਡ ਤੇ ਹੀ ਹੈ ਨਾ, ਘਰੋਂ ਤਾਂ ਵੀਜ਼ਾ ਜਨਰੇਟ ਹੋਣਾ ਨਹੀਂ ਕਿਸੇ ਦੇ। ਤਾਂ ਸਿਮਿਲਰ ਜੀ ਗੱਲ ਹੈ, ਇੱਕ ਵਾਰੀ ਆਪਣਾ ਪੋਰਟਲ ਖੁਲਵਾ ਕੇ ਤੁਸੀਂ ਜ਼ਰੂਰ ਦੇਖੋ, ਇਜ਼ देयर एनी काइंड ऑफ प्रोसेसिंग, बिना बायोमैट्रिक्स ਦੇ वही रिजल्ट आई जा रहे हैं, मतलब सो मेनी थिंग्स आर देयर। तो मैं हमेशा ये चीज़ कह रही हूँ कि देखो रिफ्यूज़ल अप्रूवल बाद की गल है, सब तो पहली गल समझ और इन्फॉर्मेशन और लॉजिकली एप्लीकेशन इज़ ओके विद द प्रोसेस और नॉट, एलिजिबल भी हो कि नहीं है हो, तो ये प्रॉपर कॉन्टैक्ट कराया करो, चाहे वो मेरी कंपनी क्यों नहीं है। ऑनलाइन कॉल्स पर जिन्नियां मर्जी वेरीफिकेशनां कर लो, बट जो एक मीटिंग दे विच गल हुंदी है ना, जो तुसीं ऑफिस विजिट करते हैं, काउंसलर्स नूं मीट करते, टीम नूं मीट करते हैं, फेस टू फेस सारी चीज़ां क्लीयर करोगे ਤਾਂ ਹੀ ਤੁਹਾਨੂੰ ਕੋਈ लॉजिक आंसर मिलेगा और ਤਾਂ ਹੀ ਤੁਸੀਂ ਏਬਲ ਹੋਗੇ ਕੋਈ डिसीजन ਲੈਂਦੇ। ਅੱਜ ਇੱਕ ਨੋਰਮਲ ਜਿਹਾ ਐਗਜ਼ਾਮਪਲ ਆ, ਅਸੀਂ ਆਪਦੇ ਘਰ ਦੀ ਕੁੜੀ ਕਿਉਂ ਨਾ ਵਿਆਹਣੀ ਹੋਵੇ, ਅਸੀਂ ਕਦੀ ਫੋਨ ਤੇ ਰਿਸ਼ਤਾ ਤੇ ਨਹੀਂ ਪੱਕਾ ਕਰਦੇ, ਪਹਿਲਾਂ ਜਾਂਦੇ ਆ ਮਿਲ ਕੇ ਆਉਂਦੇ ਆ, ਉਸ ਤੋਂ ਬਾਅਦ ਵੀ ਕਈਆਂ ਦਾ ਜਾ ਕੇ ਰਿਸ਼ਤਾ ਉਹ ਨਿਭਦਾ ਨਹੀਂ ਆ, ਹਾਲੇ ਤੁਸੀਂ ਮਿਲ ਕੇ ਦੇਖ ਕੇ ਆਏ ਆ, ਸਭ ਕੁਝ ਦੇਖ ਕੇ ਆਏ ਕਿਉਂਕਿ ਤੁਸੀਂ ਬੰਦੇ ਦੇ ਅੰਦਰ ਨਹੀਂ ਵੜੇ। तो सेम चीज़ प्रॉपर मिल के चीज़ करो, एटलीस्ट यू विल गेट द नॉलेज कि बंदा कित्थे स्टैंड करता है। ये गारंटी किसी काम के विच नहीं है ये अगों सही रिजल्ट मिलना कि खराब मिलना, बट यू शुड तुहानू कोई अगर ट्रांसपेरेंट गाइड कर रहा तो उन्होंने ज़रूर फॉलो करो। मैं कल्ली नहीं हाँ, होर भी बहुत सारी कंपनीज है अच्छियाँ, तो जिथे भी नियर बाय अच्छा लगता उत्थों भी प्रोसीडिंग कर सकते हैं। रेस्ट इज़ अप टू यू, सारी चीज़ां क्लीयर कराया करो फिर अप्लाई कराया करो। थैंक यू सो मच।